ਵਿਆਹ ਦੀ ਰਾਤ ਜਦ ਮੈਂ ਦੁਲਹਨ ਬਣ ਕੇ ਆਪਣੇ ਸਸੁਰਾਲ ਆਈ ਤਾਂ ਮੈਂ ਆਪਣੇ ਵਿਆਹ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ, ਕਿਉਂਕਿ ਮੈਂ ਜਿਸ ਨਾਲ ਵਿਆਹ ਕਰਾ ਕੇ ਆਈ ਸੀ ਉਹ ਮੇਰੀ ਭੈਣ ਦਾ ਕਾਤਲ ਸੀ ਅਤੇ ਮੇਰਾ ਜੀਜਾ ਵੀ। ਮੈਂ ਦੁਲਹਨ ਬਣ ਕੇ ਆਪਣੇ ਜੀਜੇ ਦਾ ਇੰਤਜ਼ਾਰ ਕਰ ਰਹੀ ਸੀ, ਜਿਸ ਨਾਲ ਮੇਰਾ ਵਿਆਹ ਹੋਇਆ ਸੀ ਤੇ ਮੇਰਾ ਪਤੀ ਬਣ ਚੁੱਕਿਆ ਸੀ। ਮੇਰੇ ਜੀਜੇ ਨੇ ਹੀ ਮੇਰੀ ਭੈਣ ਨੂੰ ਮਾਰਿਆ ਸੀ। ਉਸ ਦੇ ਛੋਟੇ-ਛੋਟੇ ਬੱਚਿਆਂ ਦੇ ਕਾਰਨ ਮੇਰਾ ਵਿਆਹ ਜ਼ਬਰਦਸਤੀ ਮੇਰੇ ਜੀਜੇ ਨਾਲ ਕਰਾ ਦਿੱਤਾ ਗਿਆ ਸੀ। ਮੈਂ ਆਪਣੇ ਦਿਲ ਵਿੱਚ ਸੋਚ ਲਿਆ ਸੀ ਕਿ ਮੈਂ ਆਪਣੇ ਭੈਣ ਦੇ ਕਾਤਲ ਜਾਣੀ ਕਿ ਆਪਣੇ ਪਤੀ ਨੂੰ ਮਾਰ ਕੇ ਆਪਣੀ ਭੈਣ ਦਾ ਬਦਲਾ ਜ਼ਰੂਰ ਲਵਾਂਗੀ। ਮੈਨੂੰ ਆਪਣੇ ਪਤੀ ਨਾਲ ਬਹੁਤ ਜ਼ਿਆਦਾ ਨਫ਼ਰਤ ਹੋ ਗਈ ਸੀ। ਮੈਂ ਸਿਰਫ ਬੱਚਿਆਂ ਦੀ ਖਾਤਰ ਹੀ ਮਜਬੂਰੀ ਵਿੱਚ ਉਸ ਨਾਲ ਵਿਆਹ ਕਰਵਾਇਆ ਸੀ। ਉਸ ਦੇ ਕੋਲ ਪੈਸਾ, ਵੱਡਾ ਘਰ, ਸਭ ਕੁਝ ਸੀ। ਇਸੇ ਲਈ ਮੇਰੀ ਮਾਂ ਨੇ ਮੈਨੂੰ ਸੂਲੀ 'ਤੇ ਚੜ੍ਹਾ ਰੱਖਿਆ ਸੀ। ਮੇਰੀ ਮਰੀ ਹੋਈ ਭੈਣ ਮੈਨੂੰ ਹਰ ਗੱਲ ਦੱਸਦੀ ਸੀ ਕਿ ਮੇਰਾ ਜੀਜਾ ਬੰਦ ਕਮਰੇ ਵਿੱਚ ਉਸ 'ਤੇ ਕਿੰਨਾ ਅਤਿਆਚਾਰ ਕਰਦਾ ਹੈ। ਉਹ ਇਨਸਾਨਾਂ ਦੀ ਤਰ੍ਹਾਂ ਵਰਤਾਅ ਨਹੀਂ ਕਰਦਾ ਸੀ, ਉਹ ਇੱਕ ਹੈਵਾਨ ਬਣ ਗਿਆ ਸੀ। ਮੇਰੀ ਭੈਣ ਦੇ ਸਰੀਰ 'ਤੇ ਲੱਗੇ ਜ਼ਖਮ ਇਸ ਗੱਲ ਦੀ ਗਵਾਹੀ ਦੇ ਰਹੇ ਸਨ, ਪਰ ਉਹ ਲੋਕਾਂ ਦੇ ਸਾਹਮਣੇ ਇੱਕਦਮ ਚੰਗਾ ਬਣ ਜਾਂਦਾ ਸੀ। ਮੇਰੀ ਭੈਣ ਨੇ ਮੈਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਸ ਦਾ ਪਤੀ ਉਸ ਨੂੰ ਮਾਰਨ ਦਾ ਪਲਾਨ ਬਣਾ ਰਿਹਾ ਹੈ, ਪਰ ਉਸ ਨੇ ਮੈਨੂੰ ਕਸਮ ਦਿੱਤੀ ਸੀ ਕਿ ਮੈਂ ਇਹ ਕਿਸੇ ਨੂੰ ਨਾ ਦੱਸਾਂ। ਫਿਰ ਇੱਕ ਦਿਨ ਸਾਨੂੰ ਪਤਾ ਚੱਲਿਆ ਕਿ ਮੇਰਾ ਜੀਜਾ ਬੱਚਿਆਂ ਨੂੰ ਉਹਨਾਂ ਦੀ ਦਾਦੀ ਕੋਲ ਛੱਡ ਕੇ ਮੇਰੀ ਭੈਣ ਨੂੰ ਲੈ ਕੇ ਕਿਸੇ ਪਹਾੜੀ ਇਲਾਕੇ ਵਿੱਚ ਘੁੰਮਣ ਜਾ ਰਿਹਾ ਹੈ। ਜਦ ਮੇਰੀ ਭੈਣ ਨੇ ਮੈਨੂੰ ਫ਼ੋਨ ਕੀਤਾ ਤਾਂ ਉਹ ਬਹੁਤ ਪਰੇਸ਼ਾਨ ਲੱਗ ਰਹੀ ਸੀ। ਉਸ ਸਮੇਂ ਮੇਰੀ ਭੈਣ ਨੇ ਮੈਨੂੰ ਇੱਕ ਅਜਿਹੀ ਗੱਲ ਕਹੀ ਜਿਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ ਸੀ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ। ਮੈਂ ਉਸ ਨੂੰ ਵਾਰ-ਵਾਰ ਪੁੱਛ ਰਹੀ ਸੀ ਕਿ ਕੀ ਹੋਇਆ, ਤੂੰ ਠੀਕ ਤਾਂ ਹੈ? ਪਰ ਉਹ ਮੈਨੂੰ ਟਾਲਦੀ ਰਹੀ, ਕਹਿੰਦੀ ਕਿ ਆ ਕੇ ਸਭ ਕੁਝ ਦੱਸਾਂਗੀ। ਫਿਰ ਦੂਜੇ ਦਿਨ ਹੀ ਸਾਨੂੰ ਪਤਾ ਚੱਲਿਆ ਕਿ ਮੇਰੀ ਭੈਣ ਤੇ ਜੀਜੇ ਦਾ ਇੱਕ ਬਹੁਤ ਹੀ ਖਤਰਨਾਕ ਐਕਸੀਡੈਂਟ ਹੋ ਗਿਆ ਸੀ। ਸਾਡੇ ਘਰ ਵਿੱਚ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ। ਮੇਰੇ ਜੀਜੇ ਦੀ ਗੱਲ ਨੇ ਸਾਡੇ ਹੋਸ਼ ਉਡਾ ਦਿੱਤੇ ਸਨ। ਉਸ ਨੇ ਕਿਹਾ ਕਿ ਹਾਦਸੇ ਵਿੱਚ ਜਦੋਂ ਮੇਰੀ ਭੈਣ ਪਹਾੜਾਂ ਤੋਂ ਨੀਚੇ ਡਿੱਗੀ ਤਾਂ ਉਸ ਦੀ ਲਾਸ਼ ਤੱਕ ਨਹੀਂ ਮਿਲੀ ਸੀ। ਸਾਡਾ ਸਾਰਿਆਂ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਸੀ। ਮੇਰਾ ਦਿਲ ਪੂਰੀ ਤਰ੍ਹਾਂ ਨਾਲ ਚੂਰ-ਚੂਰ ਹੋ ਗਿਆ ਸੀ। ਮੇਰੀ ਭੈਣ ਮੇਰੇ ਤੋਂ ਹਮੇਸ਼ਾ ਲਈ ਦੂਰ ਹੋ ਗਈ ਸੀ। ਅਸੀਂ ਉਸ ਦਾ ਅੰਤਿਮ ਸੰਸਕਾਰ ਵੀ ਨਹੀਂ ਕਰ ਸਕੇ ਸੀ। ਮੇਰਾ ਦਿਮਾਗ ਸੋਚ-ਸੋਚ ਕੇ ਪਾਗਲ ਹੋ ਰਿਹਾ ਸੀ। ਉਸ ਦਾ ਪਤੀ ਉਸ ਨੂੰ ਮਾਰਨ ਦਾ ਪਲਾਨ ਬਣਾ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਮੇਰੀ ਭੈਣ ਉੱਥੇ ਪਹਾੜਾਂ ਵਿੱਚ ਇਕੱਲੀ ਪਈ ਹੋਵੇਗੀ ਤੇ ਅਸੀਂ ਘਰ ਵਿੱਚ ਮਜ਼ੇ ਨਾਲ ਬੈਠੇ ਹਾਂ। ਮੇਰਾ ਜੀਜਾ ਜਦ ਵਾਪਸ ਆਇਆ ਤਾਂ ਉਸ ਨੂੰ ਵੀ ਥੋੜ੍ਹੀਆਂ ਬਹੁਤੀਆਂ ਸੱਟਾਂ ਲੱਗੀਆਂ ਹੋਈਆਂ ਸਨ। ਫਿਰ ਮੈਨੂੰ ਇੱਕਦਮ ਨਾਲ ਯਾਦ ਆਇਆ ਕਿ ਜਾਂਦੇ ਸਮੇਂ ਮੇਰੀ ਭੈਣ ਖੁਸ਼ ਲੱਗਣ ਦੀ ਜਗ੍ਹਾ ਪਰੇਸ਼ਾਨ ਲੱਗ ਰਹੀ ਸੀ ਤੇ ਮੈਨੂੰ ਕਹਿ ਰਹੀ ਸੀ ਕਿ ਨਿਸ਼ਾ, ਜੇ ਮੈਨੂੰ ਕੁਝ ਹੋ ਜਾਵੇ ਤਾਂ ਤੂੰ ਮੇਰੇ ਬੱਚਿਆਂ ਦਾ ਖਿਆਲ ਰੱਖੀਂ। ਮੈਂ ਆਪਣੇ ਜੀਜੇ ਨੂੰ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਮੈਂ ਸੋਚ ਰਹੀ ਸੀ ਕਿ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਮੇਰੇ ਜੀਜੇ ਨੂੰ ਸਿਰਫ ਥੋੜ੍ਹੀਆਂ ਬਹੁਤੀਆਂ ਸੱਟਾਂ ਹੀ ਲੱਗੀਆਂ ਹਨ, ਜਦਕਿ ਮੇਰੀ ਭੈਣ ਦੀ ਜਾਨ ਚਲੀ ਗਈ ਸੀ। ਮੇਰਾ ਦਿਲ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ। ਮੇਰੇ ਜੀਜੇ ਨੇ ਹੀ ਮੇਰੀ ਭੈਣ ਨੂੰ ਮਾਰਿਆ ਹੋਵੇਗਾ। ਪਰ ਮੇਰੇ ਘਰ ਵਾਲਿਆਂ ਨੇ ਮੇਰੇ ਜੀਜੇ ਨੂੰ ਕੋਈ ਸਵਾਲ ਨਹੀਂ ਕੀਤਾ, ਸਗੋਂ ਉਸ ਨੂੰ ਤਸੱਲੀ ਦਿੱਤੀ। ਮੇਰੀ ਭੈਣ ਦਾ ਗਾਇਬ ਹੋਣਾ ਅਤੇ ਖਾਨਦਾਨ ਵਾਲਿਆਂ ਦੇ ਸਵਾਲਾਂ 'ਤੇ ਮੇਰੇ ਜੀਜੇ ਵਾਲੀ ਗੱਲ ਨੂੰ ਦੁਹਰਾ ਦਿੱਤਾ ਜਾਂਦਾ ਸੀ। ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਕਿ ਮੇਰੇ ਇਲਾਵਾ ਕਿਸੇ ਨੇ ਵੀ ਇਸ ਬਾਰੇ ਨਹੀਂ ਸੋਚਿਆ ਕਿ ਹਾਦਸਾ ਤਾਂ ਦੋਨਾਂ ਨਾਲ ਹੋਇਆ ਹੈ, ਪਰ ਸਿਰਫ ਮੇਰੀ ਭੈਣ ਹੀ ਕਿਉਂ ਮਰੀ ਸੀ। ਮੈਨੂੰ ਲੱਗ ਰਿਹਾ ਸੀ ਕਿ ਮੇਰੇ ਜੀਜੇ ਦੀ ਹੀ ਇਸ ਵਿੱਚ ਕੋਈ ਚਾਲ ਹੈ। ਉਹ ਮੇਰੀ ਭੈਣ ਨੂੰ ਲੈ ਕੇ ਹੀ ਇਸੇ ਲਈ ਗਿਆ ਸੀ, ਨਹੀਂ ਤਾਂ ਉਹ ਹਰ ਵਾਰ ਇਕੱਲੇ ਹੀ ਜਾਂਦਾ ਸੀ। ਜੇ ਮੇਰੇ ਜੀਜਾ ਜੀ ਮੇਰੀ ਭੈਣ ਨੂੰ ਲੈ ਕੇ ਜਾਂਦੇ ਤਾਂ ਬੱਚਿਆਂ ਨੂੰ ਵੀ ਨਾਲ ਲੈ ਕੇ ਜਾਂਦੇ ਸੀ, ਪਰ ਇਸ ਵਾਰ ਤਾਂ ਉਹ ਬੱਚਿਆਂ ਨੂੰ ਘਰ ਹੀ ਛੱਡ ਗਏ ਸੀ। ਜਦ ਮੈਂ ਆਪਣੀ ਸ਼ੱਕ ਦੇ ਬਾਰੇ ਆਪਣੇ ਘਰਦਿਆਂ ਨੂੰ ਦੱਸਿਆ, ਉਹਨਾਂ ਨਾਲ ਗੱਲ ਕੀਤੀ, ਤਾਂ ਉਹ ਮੈਨੂੰ ਹੀ ਗੁੱਸੇ ਹੋ ਗਏ ਤੇ ਕਹਿਣ ਲੱਗੇ ਕਿ ਮੈਂ ਆਪਣੀ ਭੈਣ ਦਾ ਸਦਮਾ ਦਿਲ ਨਾਲ ਇੰਨਾ ਲਾ ਲਿਆ ਹੈ ਕਿ ਫਾਲਤੂ ਦੀਆਂ ਗੱਲਾਂ ਸੋਚਣ ਲੱਗ ਪਈ ਹਾਂ ਅਤੇ ਆਪਣੀ ਜੀਜੇ ਵਰਗੇ ਸ਼ਰੀਫ ਇਨਸਾਨ 'ਤੇ ਇਲਜ਼ਾਮ ਲਗਾ ਰਹੀ ਹਾਂ। ਮੈਂ ਆਪਣੇ ਘਰ ਵਾਲਿਆਂ ਦੇ ਸਾਹਮਣੇ ਚੁੱਪ ਕਰ ਗਈ। ਫਿਰ ਜਦ ਮੇਰੇ ਜੀਜਾ ਜੀ ਸਾਡੇ ਘਰ ਆਏ ਤਾਂ ਮੈਂ ਉਹਨਾਂ ਨੂੰ ਮੌਕਾ ਦੇਖ ਕੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਕਿ ਐਕਸੀਡੈਂਟ ਤਾਂ ਤੁਹਾਡਾ ਦੋਨਾਂ ਦਾ ਹੋਇਆ ਸੀ, ਫਿਰ ਤੁਹਾਨੂੰ ਥੋੜ੍ਹੀਆਂ ਬਹੁਤੀਆਂ ਸੱਟਾਂ ਕਿਉਂ ਲੱਗੀਆਂ? ਮੇਰੇ ਸਵਾਲ ਕਰਨ ਦੇ ਤਰੀਕੇ ਤੋਂ ਮੇਰੇ ਜੀਜਾ ਜੀ ਨੂੰ ਇੱਕਦਮ ਝਟਕਾ ਲੱਗਿਆ ਤੇ ਇੱਧਰ-ਉੱਧਰ ਦੇਖਣ ਲੱਗੇ।
ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਤੋਂ ਕੁਝ ਨਹੀਂ ਲੁਕੋ ਸਕਦੇ, ਕਿਉਂਕਿ ਮੇਰੀ ਭੈਣ ਨੇ ਮੈਨੂੰ ਜਾਣ ਤੋਂ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਸੀ। ਪਰ ਮੈਂ ਮਹਿਸੂਸ ਕੀਤਾ ਕਿ ਮੇਰੀ ਗੱਲ ਸੁਣ ਕੇ ਮੇਰੇ ਜੀਜੇ ਦੇ ਹੋਸ਼ ਉੱਡ ਗਏ ਸੀ। ਉਹਨਾਂ ਦੇ ਚਿਹਰੇ ਦਾ ਰੰਗ ਬਦਲ ਗਿਆ ਸੀ। ਫਿਰ ਮੇਰੇ ਜੀਜੇ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਕਹਿਣ ਲੱਗੇ, ਜੇ ਤੂੰ ਜਾਣਦੀ ਆ ਤਾਂ ਬਹੁਤ ਚੰਗੀ ਗੱਲ ਹੈ, ਪਰ ਤੂੰ ਇਹ ਸੱਚਾਈ ਕਿਸੇ ਨੂੰ ਨਾ ਦੱਸੀ ਤੇ ਚੁੱਪ ਰਹੀਂ ਤੇ ਮੈਨੂੰ ਸਵਾਲ ਨਾ ਕਰ। ਮੈਂ ਆਪਣੀ ਜੀਜੇ ਦੀ ਦਲੇਰੀ ਤੇ ਉਹਨਾਂ ਨੂੰ ਹੈਰਾਨੀ ਨਾਲ ਦੇਖ ਰਹੀ ਸੀ। ਇਸ ਤੋਂ ਬਾਅਦ ਮੇਰੇ ਜੀਜੇ ਨੇ ਸਾਡੇ ਘਰ ਆਉਣਾ ਜਾਣਾ ਬਿਲਕੁਲ ਬੰਦ ਕਰ ਦਿੱਤਾ ਸੀ ਅਤੇ ਬੱਚਿਆਂ ਨੂੰ ਵੀ ਉਹ ਥੋੜ੍ਹੇ ਦਿਨਾਂ ਬਾਅਦ ਲੈ ਗਏ ਸੀ। ਸਾਡੇ ਘਰ ਵਿੱਚ ਵੀ ਮੇਰੀ ਭੈਣ ਦੀ ਮੌਤ ਦਾ ਗਮ ਸਭ ਨੇ ਆਪਣੇ ਦਿਲ ਵਿੱਚ ਦਬਾ ਲਿਆ ਸੀ, ਪਰ ਮੇਰੇ ਦਿਮਾਗ ਵਿੱਚੋਂ ਮੇਰੀ ਭੈਣ ਦੀ ਮੌਤ ਦਾ ਸਦਮਾ ਨਹੀਂ ਜਾ ਰਿਹਾ ਸੀ। ਮੇਰੇ ਜੀਜੇ ਦੇ ਸ਼ਬਦ ਮੈਨੂੰ ਬਹੁਤ ਮੁਸ਼ਕਿਲ ਵਿੱਚ ਪਾ ਰਹੇ ਸੀ। ਉਹ ਆਪਣਾ ਜ਼ੁਲਮ ਕਬੂਲ ਕਰ ਚੁੱਕੇ ਸੀ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਮੈਂ ਇਹ ਗੱਲ ਕਿਸੇ ਨੂੰ ਨਹੀਂ ਦੱਸ ਸਕਦੀ। ਉਹ ਕਹਿ ਵੀ ਠੀਕ ਰਹੇ ਸੀ, ਕਿਉਂਕਿ ਘਰ ਵਿੱਚ ਮੇਰੀ ਗੱਲ 'ਤੇ ਕਿਸੇ ਨੂੰ ਯਕੀਨ ਨਹੀਂ ਸੀ। ਸਾਰੇ ਮੇਰੇ ਜੀਜੇ 'ਤੇ ਅੰਨਾ ਵਿਸ਼ਵਾਸ ਕਰਦੇ ਸਨ। ਹੱਦ ਤਾਂ ਉਸ ਵਕਤ ਹੋ ਗਈ ਜਦ ਪੂਰੇ 1 ਮਹੀਨੇ ਬਾਅਦ ਮੇਰੇ ਮਾਂ-ਬਾਪ ਨੇ ਫੈਸਲਾ ਕੀਤਾ ਕਿ ਮੇਰਾ ਵਿਆਹ ਮੇਰੇ ਜੀਜੇ ਨਾਲ ਕੀਤਾ ਜਾਵੇ। ਮੈਂ ਇਹ ਸੁਣ ਕੇ ਤੜਫ ਉੱਠੀ ਸੀ। ਮੈਂ ਉਸ ਇਨਸਾਨ ਨਾਲ ਆਪਣੀ ਜ਼ਿੰਦਗੀ ਕਦੇ ਵੀ ਨਹੀਂ ਬਿਤਾਉਣਾ ਚਾਹੁੰਦੀ ਸੀ ਜਿਹੜਾ ਕਿ ਮੇਰੀ ਭੈਣ ਦਾ ਕਾਤਲ ਸੀ, ਤੇ ਮੇਰੀ ਭੈਣ ਨੇ ਰੋ-ਰੋ ਕੇ ਉਸ ਨਾਲ ਜ਼ਿੰਦਗੀ ਬਤੀਤ ਕੀਤੀ ਸੀ। ਜੀਜੇ ਨੂੰ ਜਿਹੜੀ ਇੱਕ ਬਿਮਾਰੀ ਸੀ, ਉਸ ਦੀ ਵਜ੍ਹਾ ਨਾਲ ਉਸ ਨਾਲ ਵਿਆਹ ਕਰਾਉਣਾ ਇੱਕ ਹੋਰ ਵੱਡਾ ਚੈਲੰਜ ਸੀ। ਪਰ ਮੇਰੀ ਭੈਣ ਦੇ ਬੱਚੇ ਬਿਮਾਰ ਰਹਿਣ ਲੱਗੇ ਸੀ। ਮੇਰੀ ਮਾਂ ਚਾਹੁੰਦੀ ਸੀ ਕਿ ਉਹਨਾਂ ਨੂੰ ਘਰ ਵਿੱਚ ਚੰਗਾ ਮਾਹੌਲ ਮਿਲੇ ਤੇ ਮਾਂ ਦਾ ਪਿਆਰ ਮਿਲ ਸਕੇ। ਸਭ ਦੀ ਇਹੀ ਜਿੱਦ ਸੀ ਕਿ ਮੇਰੇ ਜੀਜੇ ਨਾਲ ਮੇਰਾ ਵਿਆਹ ਹੋ ਜਾਵੇ, ਕਿਉਂਕਿ ਬੱਚਿਆਂ ਨੂੰ ਮਾਂ ਵਰਗਾ ਪਿਆਰ ਮੈਂ ਹੀ ਦੇ ਸਕਦੀ ਸੀ। ਮੈਂ ਮਾਂ ਨਾਲ ਗੱਲ ਕਰਨ ਦੀ ਅਤੇ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਬੱਚਿਆਂ ਨੂੰ ਇੱਥੇ ਘਰ ਬੈਠੀ ਹੀ ਪਾਲ ਸਕਦੀ ਹਾਂ, ਪਰ ਮੇਰੇ ਜੀਜਾ ਜੀ ਆਪਣੇ ਬੱਚਿਆਂ ਨੂੰ ਖੁਦ ਤੋਂ ਦੂਰ ਕਰਨ ਲਈ ਤਿਆਰ ਨਹੀਂ ਸਨ। ਮੇਰੇ ਘਰ ਵਾਲਿਆਂ ਨੇ ਮੇਰੇ 'ਤੇ ਦਬਾਅ ਪਾ ਕੇ ਮੇਰਾ ਵਿਆਹ ਮੇਰੇ ਜੀਜੇ ਨਾਲ ਕਰ ਦਿੱਤਾ ਸੀ ਅਤੇ ਮੈਂ ਵਿਦਾ ਹੋ ਕੇ ਉਹਨਾਂ ਦੇ ਆਲੀਸ਼ਾਨ ਘਰ ਵਿੱਚ ਪਹੁੰਚ ਗਈ ਸੀ। ਮੈਨੂੰ ਬਹੁਤ ਡਰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵੀ ਮੇਰੀ ਭੈਣ ਵਰਗੀ ਹੋਵੇਗੀ ਤੇ ਮੇਰਾ ਅੰਜਾਮ ਵੀ ਬਹੁਤ ਦਰਦਨਾਕ ਹੋਵੇਗਾ। ਹੁਣ ਤਾਂ ਮੈਨੂੰ ਬਹੁਤ ਰੋਣਾ ਆ ਰਿਹਾ ਸੀ, ਕਿਉਂਕਿ ਮੇਰੇ ਘਰ ਵਾਲੇ ਮੇਰੇ ਜੀਜੇ ਦੀ ਅਸਲੀਅਤ ਨਹੀਂ ਜਾਣਦੇ ਸਨ। ਇਸ ਕਾਰਨ ਉਹ ਪਹਿਲਾਂ ਹੀ ਇੱਕ ਬੇਟੀ ਨੂੰ ਗਵਾ ਚੁੱਕੇ ਸਨ ਤੇ ਹੁਣ ਦੂਜੀ ਬੇਟੀ ਨੂੰ ਵੀ ਦੇ ਬੈਠੇ ਸੀ। ਮੈਂ ਆਪਣੇ ਆਪ ਨੂੰ ਬਹੁਤ ਹੀ ਬੇਵੱਸ ਅਤੇ ਲਾਚਾਰ ਮਹਿਸੂਸ ਕਰ ਰਹੀ ਸੀ। ਆਪਣੇ ਜੀਜਾ ਯਾਨੀ ਕਿ ਆਪਣੇ ਪਤੀ ਦੇ ਕਮਰੇ ਵਿੱਚ ਬੈਠੀ ਰੋ ਰਹੀ ਸੀ। ਬੱਚੇ ਮੈਨੂੰ ਮਾਂ ਦੇ ਰੂਪ ਵਿੱਚ ਦੇਖ ਕੇ ਬਹੁਤ ਖੁਸ਼ ਸਨ, ਇਸ ਲਈ ਉਹ ਮੇਰੇ ਕੋਲ ਹੀ ਸੌਣਾ ਚਾਹੁੰਦੇ ਸਨ। ਪਰ ਮੇਰੇ ਪਤੀ ਬੱਚਿਆਂ ਨੂੰ ਉਹਨਾਂ ਦੇ ਕਮਰੇ ਵਿੱਚ ਸੁਲਾਉਣ ਦੇ ਲਈ ਲੈ ਗਏ। ਮੇਰਾ ਦਿਲ ਡਰ ਦੇ ਮਾਰੇ ਬਹੁਤ ਤੇਜ਼ ਧੜਕ ਰਿਹਾ ਸੀ। ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਇੱਥੋਂ ਭੱਜ ਕੇ ਕਿਤੇ ਅਜਿਹੀ ਜਗ੍ਹਾ ਵਿੱਚ ਲੁਕ ਜਾਵਾਂ ਜਿੱਥੇ ਮੇਰੇ ਪਤੀ ਦੀ ਨਜ਼ਰ ਮੇਰੇ ਉੱਤੇ ਨਾ ਪੈ ਸਕੇ। ਪਰ ਮੈਂ ਮਜਬੂਰ ਸੀ, ਕਿਉਂਕਿ ਹੁਣ ਮੈਂ ਇੱਥੇ ਹੀ ਰਹਿਣਾ ਸੀ। ਬੱਚਿਆਂ ਦੀ ਖਾਤਰ ਉਹਨਾਂ ਦੇ ਬਾਪ ਦੀ ਹਰ ਗੱਲ ਮੰਨਣੀ ਪੈਣੀ ਸੀ, ਕਿਉਂਕਿ ਮੇਰੀ ਮੰਮੀ ਨੇ ਵੀ ਕਿਹਾ ਸੀ ਕਿ ਜੇ ਤੂੰ ਆਪਣੇ ਪਤੀ ਦੀ ਗੱਲ ਨਾ ਮੰਨੀ ਤੇ ਉਸ ਦੀ ਇੱਜ਼ਤ ਨਾ ਕੀਤੀ ਤਾਂ ਘਰ ਦਾ ਮਾਹੌਲ ਖਰਾਬ ਹੋ ਜਾਵੇਗਾ ਅਤੇ ਇਸ ਦਾ ਅਸਰ ਬੱਚਿਆਂ 'ਤੇ ਹੋਵੇਗਾ। ਪਰ ਮੈਂ ਦੂਜੇ ਪਾਸੇ ਇਹ ਵੀ ਸੋਚ ਲਿਆ ਸੀ ਕਿ ਜਿਸ ਤਰ੍ਹਾਂ ਮੇਰੇ ਪਤੀ ਨੇ ਮੇਰੀ ਭੈਣ ਨੂੰ ਮਾਰਿਆ ਹੈ, ਉਸੇ ਤਰ੍ਹਾਂ ਮੈਂ ਵੀ ਆਪਣੇ ਪਤੀ ਨੂੰ ਮਾਰ ਦੇਵਾਂਗੀ। ਮੈਂ ਅਜੇ ਇਹਨਾਂ ਸੋਚਾਂ ਵਿੱਚ ਹੀ ਗੁੰਮ ਸੀ ਕਿ ਮੇਰੇ ਪਤੀ ਕਮਰੇ ਵਿੱਚ ਆਏ। ਉਹਨਾਂ ਦੇ ਆਉਣ ਨਾਲ ਮੈਂ ਇੱਕਦਮ ਡਰ ਗਈ ਸੀ। ਮੈਂ ਪਰਮਾਤਮਾ ਅੱਗੇ ਬੇਨਤੀ ਕਰ ਰਹੀ ਸੀ ਕਿ ਮੇਰਾ ਪਤੀ ਮੇਰੇ ਕਰੀਬ ਨਾ ਆਵੇ ਤੇ ਮੈਨੂੰ ਨਾ ਕਹਿਣ ਦੀ ਤਕਲੀਫ ਨਾ ਉਠਾਉਣੀ ਪਵੇ। ਮੇਰੀ ਭੈਣ ਨੇ ਮੈਨੂੰ ਦੱਸਿਆ ਸੀ ਕਿ ਉਸ ਦੇ ਪਤੀ ਨੂੰ ਇੱਕ ਅਜਿਹੀ ਬਿਮਾਰੀ ਲੱਗ ਚੁੱਕੀ ਹੈ ਜਿਸ ਦੀ ਵਜ੍ਹਾ ਨਾਲ ਉਸ ਦਾ ਪਤੀ ਉਸ ਦੇ ਕਰੀਬ ਨਹੀਂ ਆਉਂਦਾ ਸੀ। ਮੈਂ ਬਹੁਤ ਪਰੇਸ਼ਾਨ ਅਤੇ ਉਦਾਸ ਹੋ ਗਈ। ਜਦ ਮੇਰਾ ਪਤੀ ਕਮਰੇ ਵਿੱਚ ਆਇਆ ਤਾਂ ਉਸ ਨੇ ਮੈਨੂੰ ਉਦਾਸ ਦੇਖ ਕੇ ਕਿਹਾ, ਤੂੰ ਪਰੇਸ਼ਾਨ ਨਾ ਹੋ, ਮੈਂ ਤੇਰਾ ਖਿਆਲ ਰੱਖਾਂਗਾ ਤੇ ਤੇਰੇ ਸਾਰੇ ਅਧਿਕਾਰ ਦੇਵਾਂਗਾ। ਬਸ ਬਦਲੇ ਵਿੱਚ ਮੇਰੇ ਬੱਚੇ ਬਿਲਕੁਲ ਠੀਕ ਚਾਹੀਦੇ ਹਨ। ਤੂੰ ਮੇਰੇ ਬੱਚਿਆਂ ਦਾ ਖਿਆਲ ਰੱਖੀਂ, ਉਹਨਾਂ ਨੂੰ ਆਪਣਾ ਪਿਆਰ ਦੇਵੀਂ ਤਾਂ ਕਿ ਉਹਨਾਂ ਦੀ ਸਿਹਤ ਬਿਲਕੁਲ ਠੀਕ ਹੋ ਜਾਵੇ। ਮੈਂ ਆਪਣੇ ਪਤੀ ਦੀਆਂ ਇਹ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਸੀ। ਮੈਂ ਉਸ ਨੂੰ ਕਹਿਣਾ ਚਾਹੁੰਦੀ ਸੀ ਕਿ ਜੇ ਉਸ ਨੂੰ ਆਪਣੇ ਬੱਚੇ ਇੰਨੇ ਪਿਆਰੇ ਹਨ, ਆਪਣੇ ਬੱਚਿਆਂ ਦੀ ਇੰਨੀ ਪਰਵਾਹ ਸੀ, ਤਾਂ ਉਸ ਨੇ ਆਪਣੀ ਮਾਸੂਮ ਤੇ ਵਫਾਦਾਰ ਪਤਨੀ ਦਾ ਕਤਲ ਕਿਉਂ ਕੀਤਾ? ਉਸ ਨੇ ਬੱਚਿਆਂ ਤੋਂ ਉਹਨਾਂ ਦੀ ਮਾਂ ਨੂੰ ਕਿਉਂ ਖੋਹ ਲਿਆ? ਹੁਣ ਬੱਚਿਆਂ ਦੀ ਸਿਹਤ ਦਾ ਖਿਆਲ ਕਿਉਂ ਸਤਾ ਰਿਹਾ ਸੀ? ਪਰ ਮੈਂ ਉਸ ਨੂੰ ਕੁਝ ਨਾ ਕਹਿ ਸਕੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਕੁਝ ਵੀ ਕਹਿਣ 'ਤੇ
ਉਹ ਆਪਣੇ ਅਸਲੀ ਰੂਪ ਵਿੱਚ ਆ ਜਾਵੇ। ਮੈਂ ਸੋਚਿਆ ਸੀ ਕਿ ਮੈਂ ਬੜੀ ਹੀ ਚਲਾਕੀ ਨਾਲ ਆਪਣੀ ਭੈਣ ਦਾ ਬਦਲਾ ਲਵਾਂਗੀ, ਇਸ ਲਈ ਮੈਂ ਸਿਰ ਝੁਕਾ ਕੇ ਬੈਠ ਗਈ ਤੇ ਇਸ ਤੋਂ ਪਹਿਲਾਂ ਕਿ ਮੈਂ ਉੱਥੋਂ ਉੱਠ ਕੇ ਜਾਂਦੀ, ਮੇਰੇ ਪਤੀ ਨੇ ਮੇਰਾ ਹੱਥ ਫੜ ਲਿਆ। ਅਗਲੇ ਦਿਨ ਮੇਰੇ ਘਰ ਵਾਲੇ ਮੈਨੂੰ ਮਿਲਣ ਆਏ ਤਾਂ ਮੇਰੀ ਮਾਂ ਨੇ ਮੈਨੂੰ ਪੁੱਛਿਆ ਕਿ ਤੂੰ ਹੁਣ ਠੀਕ ਹੈ ਜਾਂ ਨਹੀਂ, ਕਿਉਂਕਿ ਮੇਰੀਆਂ ਗੱਲਾਂ ਤੇ ਮੇਰੀ ਨਾਰਾਜ਼ਗੀ ਦੀ ਵਜ੍ਹਾ ਨਾਲ ਮੇਰੀ ਮਾਂ ਬਹੁਤ ਪਰੇਸ਼ਾਨ ਰਹਿੰਦੀ ਸੀ। ਮੈਂ ਆਪਣੀ ਮਾਂ ਦੇ ਸਵਾਲਾਂ 'ਤੇ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ ਬੈਠੀ ਰਹੀ, ਕਿਉਂਕਿ ਮੇਰੇ ਕੋਲ ਦੇਣ ਵਾਸਤੇ ਕੋਈ ਜਵਾਬ ਹੈ ਹੀ ਨਹੀਂ ਸੀ। ਮੇਰਾ ਦਿਮਾਗ ਉਲਝਦਾ ਜਾ ਰਿਹਾ ਸੀ। ਫਿਰ ਆਪਣੀ ਮਾਂ ਦੀ ਘਬਰਾਹਟ ਤੇ ਪਰੇਸ਼ਾਨੀ ਦੇਖ ਕੇ ਮੈਂ ਉਹਨਾਂ ਨੂੰ ਦਿਲਾਸਾ ਦਿੱਤਾ ਕਿ ਮੈਂ ਠੀਕ ਹਾਂ, ਸਭ ਠੀਕ ਹੈ। ਅਸਲ ਵਿੱਚ ਸੱਚ ਤਾਂ ਇਹ ਸੀ ਕਿ ਮੈਂ ਹੁਣ ਬਿਲਕੁਲ ਠੀਕ ਸੀ। ਮੇਰੀ ਮਾਂ ਨੂੰ ਤਸੱਲੀ ਹੋ ਗਈ, ਪਰ ਮੈਂ ਇਹ ਸੋਚ ਚੁੱਕੀ ਸੀ ਕਿ ਆਪਣੇ ਜੀਜੇ ਦੀ ਅਸਲੀਅਤ ਅਤੇ ਆਪਣੀ ਭੈਣ ਦੀ ਮੌਤ ਦਾ ਰਾਜ਼ ਮੈਂ ਜਾਣ ਕੇ ਹੀ ਰਹਾਂਗੀ। ਫਿਰ ਮੇਰੇ ਘਰ ਵਾਲੇ ਵਾਪਸ ਚਲੇ ਗਏ ਤੇ ਮੈਂ ਆਪਣੇ ਪਤੀ ਨੂੰ ਦੇਖ ਕੇ ਹੀ ਰਹਿ ਗਈ, ਕਿਉਂਕਿ ਵਿਆਹ ਦੀ ਪਹਿਲੀ ਰਾਤ ਹੀ ਮੇਰੀ ਭੈਣ ਦੀ ਗੱਲ ਗਲਤ ਸਾਬਤ ਹੋਈ ਸੀ। ਕਿਉਂਕਿ ਮੇਰਾ ਪਤੀ ਤਾਂ ਬਿਲਕੁਲ ਠੀਕ ਸੀ, ਉਸ ਨੂੰ ਕੋਈ ਬਿਮਾਰੀ ਨਹੀਂ ਸੀ, ਉਸ ਦਾ ਰਵੱਈਆ ਵੀ ਮੇਰੇ ਨਾਲ ਬਹੁਤ ਚੰਗਾ ਸੀ ਤੇ ਉਹ ਇੱਕ ਸੁਲਝਿਆ ਹੋਇਆ ਇਨਸਾਨ ਲੱਗ ਰਿਹਾ ਸੀ। ਪਰ ਇਹ ਵੀ ਤਾਂ ਹੋ ਸਕਦਾ ਹੈ ਕਿ ਮੇਰਾ ਪਤੀ ਇਹ ਸਭ ਦਿਖਾਵਾ ਕਰਦਾ ਹੋਵੇ, ਇਸ ਲਈ ਮੈਂ ਜ਼ਿਆਦਾ ਬੇਖਬਰ ਨਹੀਂ ਹੋਈ ਸੀ। ਮੈਨੂੰ ਆਪਣੀ ਭੈਣ ਦੀਆਂ ਰੋਂਦੀਆਂ ਅੱਖਾਂ ਯਾਦ ਸੀ। ਮੇਰੇ ਪਤੀ ਕੋਲ ਬਹੁਤ ਸਾਰਾ ਪੈਸਾ ਸੀ ਤੇ ਉਸ ਦੀ ਮਹੀਨੇ ਦੀ ਤਨਖਾਹ ਵੀ ਲੱਖਾਂ ਦੀ ਸੀ, ਪਰ ਇਸ ਦੇ ਬਾਵਜੂਦ ਵੀ ਮੇਰੀ ਭੈਣ ਬਹੁਤ ਹੀ ਖਰਾਬ ਹੁਲੀਏ ਵਿੱਚ ਰਹਿੰਦੀ ਸੀ ਤੇ ਉਸ ਦੇ ਚਿਹਰੇ 'ਤੇ ਹਰ ਵਕਤ ਉਦਾਸੀ ਛਾਈ ਰਹਿੰਦੀ ਸੀ। ਬੱਚਿਆਂ ਤੋਂ ਬਾਅਦ ਮੇਰੇ ਪਤੀ ਨੇ ਮੇਰੀ ਭੈਣ ਨੂੰ ਨੌਕਰਾਣੀ ਬਣਾ ਕੇ ਰੱਖ ਦਿੱਤਾ ਸੀ। ਉਹ ਜਦ ਵੀ ਸਾਡੇ ਘਰ ਆਉਂਦੀ ਸੀ ਤਾਂ ਬਹੁਤ ਹੀ ਉਦਾਸ ਜਿਹੀ ਹੁੰਦੀ ਸੀ, ਜਦ ਕਿ ਮੇਰੇ ਲਈ ਮੇਰੇ ਪਤੀ ਦਾ ਰਵੱਈਆ ਬਿਲਕੁਲ ਹੀ ਠੀਕ ਸੀ, ਜਿਸ ਕਾਰਨ ਮੈਂ ਘਰ ਦੇ ਸਾਰੇ ਕੰਮਕਾਜ ਅਤੇ ਬੱਚਿਆਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਸਨ। ਬੱਚੇ ਵੀ ਹੁਣ ਸੰਭਲ ਗਏ ਸੀ ਤੇ ਉਹਨਾਂ ਦੀ ਸਿਹਤ ਵੀ ਠੀਕ ਹੋ ਗਈ ਸੀ ਤੇ ਮੇਰੇ ਆਲੇ ਦੁਆਲੇ ਮੰਡਰਾਉਂਦੇ ਰਹਿੰਦੇ ਸਨ। ਮੈਂ ਹਰ ਵਕਤ ਉਹਨਾਂ ਦੀ ਦੇਖਭਾਲ ਕਰਦੀ ਸੀ, ਉਹਨਾਂ ਦੇ ਖਾਣ ਪੀਣ ਦਾ ਵੀ ਧਿਆਨ ਰੱਖਦੀ ਸੀ, ਉਹਨਾਂ ਦੀ ਮਰਜ਼ੀ ਦਾ ਵੀ ਖਿਆਲ ਰੱਖਦੀ, ਜਿਸ ਦੀ ਵਜ੍ਹਾ ਨਾਲ ਉਹ ਚੰਗਾ ਖਾਣ ਪੀਣ ਲੱਗ ਗਏ ਸਨ। ਮੈਨੂੰ ਮਹਿਸੂਸ ਹੁੰਦਾ ਸੀ ਕਿ ਮੇਰੇ ਪਤੀ ਹਰ ਵਕਤ ਮੈਨੂੰ ਦੇਖਦੇ ਰਹਿੰਦੇ ਹਨ। ਮੈਂ ਉਹਨਾਂ ਦੀਆਂ ਨਜ਼ਰਾਂ ਤੋਂ ਪਰੇਸ਼ਾਨ ਹੋਣ ਲੱਗੀ ਸੀ। ਇੱਕ ਦਿਨ ਮੈਂ ਆਪਣੇ ਪਤੀ ਨੂੰ ਸਵਾਲ ਕੀਤਾ ਕਿ ਤੁਸੀਂ ਮੈਨੂੰ ਐਵੇਂ ਕਿਉਂ ਦੇਖਦੇ ਹੋ? ਇਸ ਗੱਲ 'ਤੇ ਮੇਰੇ ਪਤੀ ਨੇ ਜੋ ਜਵਾਬ ਦਿੱਤਾ, ਉਸਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਉਹ ਕਹਿਣ ਲੱਗੇ ਕਿ ਮੈਂ ਇਹ ਦੇਖਦਾ ਹਾਂ ਕਿ ਤੂੰ ਸੱਚਮੁੱਚ ਹੀ ਅਜਿਹੀ ਹੈ ਜਾਂ ਫਿਰ ਇੱਕ ਦਿਨ ਤੂੰ ਵੀ ਆਪਣੀ ਭੈਣ ਵਰਗੀ ਹੋ ਜਾਵੇਂਗੀ। ਮੈਂ ਇਸ ਗੱਲ 'ਤੇ ਹੈਰਾਨ ਰਹਿ ਗਈ ਸੀ। ਮੈਨੂੰ ਹੈਰਾਨੀ ਇਸ ਗੱਲ ਦੀ ਸੀ ਕਿ ਮੇਰੇ ਪਤੀ ਨੂੰ ਅਜਿਹਾ ਕਿਉਂ ਲੱਗਿਆ ਕਿ ਮੈਂ ਖੁਦ ਨੂੰ ਛੁਪਾ ਕੇ ਰੱਖਿਆ ਹੈ, ਤੇ ਉਹਨਾਂ ਦੇ ਇਸ ਸ਼ਬਦ ਨੇ ਮੈਨੂੰ ਵੀ ਉਲਝਾ ਦਿੱਤਾ ਸੀ। ਜਿਵੇਂ ਹੀ ਦਿਨ ਲੰਘਦੇ ਜਾ ਰਹੇ ਸੀ, ਮੈਂ ਓਨੀ ਹੀ ਉਲਝਦੀ ਜਾ ਰਹੀ ਸੀ। ਮੇਰੇ ਪਤੀ ਦੇ ਅੰਦਰ ਮੈਨੂੰ ਕੋਈ ਵੀ ਅਜਿਹੀ ਕੋਈ ਖਾਸ ਗੱਲ ਨਜ਼ਰ ਨਹੀਂ ਆ ਰਹੀ ਸੀ ਜਿਸ ਤੋਂ ਮੈਂ ਕੁਝ ਅੰਦਾਜ਼ਾ ਲਗਾ ਸਕਾਂ। ਇੱਕ ਦਿਨ ਮੇਰੀ ਛੋਟੀ ਭਾਣਜੀ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ। ਉਹ ਸਾਰਾ ਦਿਨ ਬਿਮਾਰ ਰਹੀ। ਉਸ ਦਿਨ ਮੇਰੇ ਪਤੀ ਘਰ ਨਹੀਂ ਸਨ। ਮੈਂ ਸਾਰਾ ਦਿਨ ਬੱਚੀ ਨੂੰ ਸੰਭਾਲਦੀ ਰਹੀ। ਮੈਂ ਉਸ ਨੂੰ ਕੁਝ ਨਾ ਕੁਝ ਖਿਲਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਉਸਨੇ ਕੁਝ ਨਾ ਖਾਧਾ। ਸ਼ਾਮ ਦੇ ਵਕਤ ਮੈਂ ਉਸ ਲਈ ਥੋੜਾ ਦਲੀਆ ਬਣਾਉਣ ਦੇ ਲਈ ਰਸੋਈ ਵਿੱਚ ਚਲੇ ਗਈ। ਉਸੇ ਵਕਤ ਮੇਰੇ ਪਤੀ ਘਰ ਆ ਗਏ। ਹਮੇਸ਼ਾ ਦੀ ਤਰ੍ਹਾਂ ਆਉਂਦੇ ਹੀ ਉਹ ਪਹਿਲਾਂ ਬੱਚਿਆਂ ਕੋਲ ਗਏ ਤਾਂ ਬੇਟੀ ਦੀ ਹਾਲਤ ਦੇਖ ਕੇ ਘਬਰਾ ਗਏ ਅਤੇ ਜਲਦੀ ਨਾਲ ਉਸ ਨੂੰ ਹਸਪਤਾਲ ਲੈ ਗਏ। ਮੈਂ ਰਸੋਈ ਵਿੱਚ ਖੜੀ ਸੀ, ਜਦੋਂ ਬਾਹਰ ਨਿਕਲ ਕੇ ਦੇਖਿਆ ਤਾਂ ਬੱਚੀ ਗਾਇਬ ਸੀ। ਮੇਰੇ ਭਾਣਜੇ ਨੇ ਮੈਨੂੰ ਦੱਸਿਆ ਕਿ ਪਾਪਾ ਉਸ ਨੂੰ ਹਸਪਤਾਲ ਲੈ ਕੇ ਗਏ ਹਨ। ਮੈਂ ਚੁੱਪਚਾਪ ਆਪਣੇ ਭਾਣਜੇ ਨੂੰ ਖਾਣਾ ਖਿਲਾ ਕੇ ਸੁਲਾਉਣ ਲੱਗੀ। ਰਾਤ ਦੇ ਟਾਈਮ ਜਦ ਬੱਚੀ ਦੀ ਹਾਲਤ ਥੋੜੀ ਠੀਕ ਹੋਈ ਤਾਂ ਮੇਰੇ ਪਤੀ ਉਸ ਨੂੰ ਘਰ ਲੈ ਆਏ। ਮੈਨੂੰ ਦੇਖ ਕੇ ਕਹਿਣ ਲੱਗੇ ਕਿ ਮੈਂ ਤੇਰੀ ਹਰ ਜ਼ਰੂਰਤ ਪੂਰੀ ਕਰਦਾ ਹਾਂ, ਤੈਨੂੰ ਕੁਝ ਵੀ ਚਾਹੀਦਾ ਹੈ ਤਾਂ ਮੈਨੂੰ ਕਹਿ, ਮੈਂ ਲਿਆ ਕੇ ਦੇਵਾਂਗਾ, ਪਰ ਮੇਰੇ ਬੱਚਿਆਂ ਵੱਲ ਇੰਨੀ ਲਾਪਰਵਾਹੀ ਨਾ ਵਰਤ। ਮੈਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਵੇਗੀ। ਮੈਂ ਉਹਨਾਂ ਦੀ ਇਸ ਗੱਲ 'ਤੇ ਹੈਰਾਨ ਸੀ ਤੇ ਪਹਿਲੀ ਵਾਰ ਗੁੱਸੇ ਨਾਲ ਬੋਲੀ ਕਿ ਜੇ ਬੱਚਿਆਂ ਦੀ ਇੰਨੀ ਫਿਕਰ ਸੀ ਤਾਂ ਉਹਨਾਂ ਨੂੰ ਉਹਨਾਂ ਦੀ ਮਾਂ ਤੋਂ ਦੂਰ ਕਿਉਂ ਕੀਤਾ। ਮੇਰੀ ਗੱਲ 'ਤੇ ਮੇਰੇ ਪਤੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੇ ਗਏ। ਫਿਰ ਮੈਂ ਬੱਚੀ ਨੂੰ ਦਲੀਆ ਖਿਲਾਇਆ ਤੇ ਸੀਨੇ ਨਾਲ ਲਾ ਕੇ ਉਸ ਨੂੰ ਸੁਲਾਉਣ ਲੱਗੀ। ਮੇਰਾ ਦਿਲ ਰੋ ਰਿਹਾ ਸੀ। ਮੈਨੂੰ ਆਪਣੀ ਭੈਣ ਦੀ ਬਹੁਤ ਯਾਦ ਆ ਰਹੀ ਸੀ, ਜਿਹੜੀ ਕਿ ਸਾਰਾ ਦਿਨ ਆਪਣੇ ਬੱਚਿਆਂ ਨਾਲ ਲੱਗੀ ਰਹਿੰਦੀ ਸੀ, ਪਰ ਫਿਰ ਵੀ ਬੱਚੇ ਉਸ ਤੋਂ ਦੂਰ ਦੂਰ ਰਹਿੰਦੇ ਸਨ। ਮੈਨੂੰ ਅੱਜ ਸਮਝ ਆ ਗਈ ਸੀ ਕਿ ਅਜਿਹਾ ਕਿਉਂ ਸੀ, ਕਿਉਂਕਿ ਉਹਨਾਂ ਦਾ ਬਾਪ
ਉਹਨਾਂ ਦੇ ਦਿਲ ਵਿੱਚ ਨਫ਼ਰਤ ਪੈਦਾ ਕਰ ਰਿਹਾ ਸੀ। ਆਪਣੀ ਜ਼ਿੰਮੇਵਾਰੀ ਪੂਰੀ ਕਰਕੇ ਬਸ ਇਹੀ ਜਤਾਉਂਦਾ ਸੀ ਕਿ ਉਸ ਨੂੰ ਹੀ ਬੱਚਿਆਂ ਦੀ ਫਿਕਰ ਹੈ, ਹੋਰ ਕਿਸੇ ਨੂੰ ਨਹੀਂ। ਮੈਂ ਪੂਰਾ ਦਿਨ ਬੱਚੀ ਦੇ ਨਾਲ ਟਾਈਮ ਬਤੀਤ ਕੀਤਾ ਸੀ, ਪਰ ਫਿਰ ਵੀ ਉਸ ਨੇ ਮੈਨੂੰ ਇਹ ਗੱਲ ਕਹਿ ਕੇ ਇਸ ਤਰ੍ਹਾਂ ਜਤਾਇਆ ਕਿ ਜਿਵੇਂ ਮੈਨੂੰ ਬੱਚਿਆਂ ਦੀ ਪਰਵਾਹ ਹੀ ਨਾ ਹੋਵੇ, ਜਦ ਕਿ ਮੈਂ ਉਸ ਦੀ ਅਸਲੀਅਤ ਜਾਣਦੀ ਸੀ ਕਿ ਉਹ ਇਨਸਾਨ ਨਹੀਂ, ਹੈਵਾਨ ਹੈ, ਜਿਸ ਨੇ ਆਪਣੇ ਬੱਚਿਆਂ ਤੋਂ ਉਹਨਾਂ ਦੀ ਮਾਂ ਨੂੰ ਅਲੱਗ ਕਰ ਦਿੱਤਾ। ਮੈਂ ਕਿੰਨੇ ਦਿਨ ਬੱਚਿਆਂ ਨਾਲ ਲੱਗੀ ਰਹੀ ਤੇ ਉਹਨਾਂ ਦਾ ਖਿਆਲ ਰੱਖਦੀ ਸੀ, ਪਰ ਪਹਿਲੀ ਵਾਰ ਮੈਂ ਆਪਣਾ ਗੁੱਸਾ ਤੇ ਨਾਰਾਜ਼ਗੀ ਆਪਣੇ ਪਤੀ 'ਤੇ ਦਿਖਾਈ ਤੇ ਉਹਨਾਂ ਦੇ ਕਮਰੇ ਵਿੱਚ ਨਹੀਂ ਗਈ। ਮੈਂ ਉਹਨਾਂ ਦਾ ਖਾਣਾ ਪੀਣਾ ਤੇ ਬਾਕੀ ਸਾਰੀ ਜ਼ਿੰਮੇਵਾਰੀਆਂ ਪੂਰੀਆਂ ਕਰ ਰਹੀ ਸੀ, ਪਰ ਉਹਨਾਂ ਦੇ ਕਮਰੇ ਵਿੱਚ ਨਹੀਂ ਜਾਂਦੀ ਸੀ। ਇਸ ਗੱਲ ਦਾ ਮੇਰੇ ਪਤੀ 'ਤੇ ਅਸਰ ਹੋਇਆ। ਇੱਕ ਦਿਨ ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ ਕਿ ਮੈਂ ਤੈਨੂੰ ਕਿਤੇ ਲੈ ਕੇ ਜਾਣਾ ਚਾਹੁੰਦਾ ਹਾਂ। ਮੈਂ ਸਵਾਲੀਆ ਨਜ਼ਰਾਂ ਨਾਲ ਆਪਣੇ ਪਤੀ ਵੱਲ ਦੇਖਿਆ, ਪਰ ਮੈਨੂੰ ਉਹ ਤਿਆਰੀ ਕਰਨ ਲਈ ਬੋਲ ਕੇ ਬੱਚਿਆਂ ਕੋਲ ਚਲੇ ਗਏ। ਮੇਰੇ ਪਤੀ ਨੇ ਬੱਚਿਆਂ ਨੂੰ ਜੋ ਗੱਲ ਕਹੀ, ਉਸ ਨੇ ਮੇਰੇ ਰੌਂਗਟੇ ਖੜੇ ਕਰ ਦਿੱਤੇ। ਉਹ ਬੱਚਿਆਂ ਨੂੰ ਕਹਿ ਰਹੇ ਸੀ ਕਿ ਮੈਂ ਤੁਹਾਨੂੰ ਤੁਹਾਡੀ ਦਾਦੀ ਕੋਲ ਛੱਡ ਕੇ ਆਉਂਦਾ ਹਾਂ, ਫਿਰ ਮੈਂ ਤੁਹਾਡੀ ਮਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਹੈ ਕਿਉਂਕਿ ਉਸ ਦੀ ਤਬੀਅਤ ਠੀਕ ਨਹੀਂ ਹੈ। ਇਹ ਸੁਣ ਕੇ ਮੇਰੇ ਪਸੀਨੇ ਛੁੱਟਣ ਲੱਗੇ। ਬੱਚਿਆਂ ਦੇ ਉੱਥੋਂ ਜਾਣ ਤੋਂ ਬਾਅਦ ਮੈਂ ਪਰੇਸ਼ਾਨ ਹੋ ਕੇ ਉਹਨਾਂ ਨੂੰ ਸਵਾਲ ਕੀਤਾ ਕਿ ਮੈਂ ਬਿਲਕੁਲ ਠੀਕ ਹਾਂ, ਫਿਰ ਤੁਸੀਂ ਮੈਨੂੰ ਡਾਕਟਰ ਕੋਲ ਕਿਉਂ ਲੈ ਕੇ ਜਾ ਰਹੇ ਹੋ? ਮੇਰੇ ਪਤੀ ਬੋਲੇ ਕਿ ਉਹਨਾਂ ਨੇ ਸਿਰਫ ਬੱਚਿਆਂ ਨੂੰ ਟਾਲਿਆ ਹੈ। ਅਸਲ ਵਿੱਚ ਮੈਂ ਤੈਨੂੰ ਜਿੱਥੇ ਲੈ ਕੇ ਜਾ ਰਿਹਾ ਹਾਂ ਉੱਥੇ ਬੱਚੇ ਨਹੀਂ ਜਾ ਸਕਦੇ। ਇੰਨਾ ਕਹਿ ਕੇ ਉਹ ਬੱਚਿਆਂ ਨੂੰ ਉਹਨਾਂ ਦੀ ਦਾਦੀ ਕੋਲ ਛੱਡਣ ਚਲੇ ਗਏ। ਮੈਂ ਬਹੁਤ ਡਰ ਗਈ ਸੀ। ਮੈਨੂੰ ਯਾਦ ਆਇਆ ਕਿ ਮੇਰੀ ਭੈਣ ਨੂੰ ਵੀ ਮੇਰੇ ਪਤੀ ਇਸੇ ਤਰ੍ਹਾਂ ਇਕੱਲੇ ਲੈ ਕੇ ਗਏ ਸੀ ਤੇ ਫਿਰ ਮਾਰ ਦਿੱਤਾ ਸੀ। ਮੈਂ ਡਰੀ ਹੋਈ ਸੀ ਤੇ ਮੇਰੇ ਪਤੀ ਜ਼ਬਰਦਸਤੀ ਮੈਨੂੰ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਏ। ਮੈਂ ਸੋਚਿਆ ਕਿ ਜੇ ਮੇਰੇ ਪਤੀ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨਾਂ ਤੋਂ ਆਪਣੀ ਜ਼ਿੰਦਗੀ ਦੀ ਭੀਖ ਨਹੀਂ ਮੰਗਾਂਗੀ। ਮੈਂ ਉਹਨਾਂ ਨਾਲ ਲੜਾਂਗੀ ਤੇ ਉਸ ਨੂੰ ਮਾਰ ਕੇ ਆਪਣੀ ਭੈਣ ਦਾ ਬਦਲਾ ਲਵਾਂਗੀ। ਮੇਰੇ ਅੰਦਰ ਬਦਲੇ ਦੀ ਅੱਗ ਬਲ ਰਹੀ ਸੀ। ਮੇਰਾ ਪਤੀ ਮੈਨੂੰ ਪਹਾੜੀ ਇਲਾਕੇ ਵਿੱਚ ਲੈ ਕੇ ਜਾ ਰਿਹਾ ਸੀ। ਮੈਨੂੰ ਲੱਗਿਆ ਹੁਣ ਮੇਰਾ ਪਤੀ ਮੇਰੇ ਤੋਂ ਤੰਗ ਆ ਗਿਆ ਹੈ। ਇੱਕ ਜਗ੍ਹਾ ਜਾ ਕੇ ਉਸਨੇ ਗੱਡੀ ਰੋਕੀ ਤੇ ਮੈਨੂੰ ਗੱਡੀ 'ਚੋਂ ਕੱਢ ਕੇ ਇੱਕ ਗਲੀ ਵਿੱਚੋਂ ਲੈ ਕੇ ਜਾਣ ਲੱਗਾ। ਮੈਂ ਡਰ ਕੇ ਆਪਣੇ ਪਤੀ ਦੇ ਨਾਲ ਚੱਲ ਰਹੀ ਸੀ। ਫਿਰ ਇੱਕ ਛੋਟੇ ਜਿਹੇ ਘਰ ਦੇ ਅੱਗੇ ਜਾ ਕੇ ਰੁਕੇ ਅਤੇ ਉਸ ਦਾ ਘਰ ਦਾ ਦਰਵਾਜ਼ਾ ਖੜਕਾਉਣ ਲੱਗੇ। ਮੈਂ ਹੈਰਾਨੀ ਨਾਲ ਆਪਣੇ ਪਤੀ ਨੂੰ ਦੇਖ ਰਹੀ ਸੀ। ਫਿਰ ਉਸ ਘਰ ਵਿੱਚੋਂ ਇੱਕ ਜਵਾਨ ਮੁੰਡਾ ਬਾਹਰ ਨਿਕਲਿਆ ਤੇ ਉਹ ਮੇਰੇ ਪਤੀ ਨੂੰ ਦੇਖ ਕੇ ਪਰੇਸ਼ਾਨ ਹੋ ਗਿਆ। ਮੇਰੇ ਪਤੀ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ ਤੇ ਮੇਰਾ ਹੱਥ ਫੜ ਕੇ ਮੈਨੂੰ ਉਸ ਘਰ ਦੇ ਅੰਦਰ ਲੈ ਗਏ। ਸਾਹਮਣੇ ਮੰਜੇ ਤੇ ਇੱਕ ਔਰਤ ਦਰਵਾਜ਼ੇ ਵੱਲ ਪਿੱਠ ਕਰੀ ਬੈਠੀ ਸੀ। ਉਸਨੇ ਜਦ ਪਲਟ ਕੇ ਦੇਖਿਆ ਤਾਂ ਮੇਰੇ ਤਾਂ ਪੈਰਾਂ ਥੱਲਿਓਂ ਜ਼ਮੀਨ ਹੀ ਨਿਕਲ ਗਈ, ਕਿਉਂਕਿ ਉਹ ਔਰਤ ਕੋਈ ਹੋਰ ਨਹੀਂ ਸਗੋਂ ਮੇਰੀ ਭੈਣ ਸੀ। ਮੇਰੀ ਭੈਣ ਵੀ ਮੈਨੂੰ ਦੇਖ ਕੇ ਘਬਰਾ ਗਈ ਸੀ। ਫਿਰ ਮੇਰੇ ਪਤੀ ਨੇ ਜੋ ਸੱਚਾਈ ਦੱਸੀ ਉਸ ਨੂੰ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੇਰੇ ਪਤੀ ਬੋਲ ਰਹੇ ਸੀ ਕਿ ਮੈਂ ਇਸ ਲੜਕੇ ਨੂੰ ਆਪਣੇ ਘਰ ਦੇ ਕੰਮ-ਕਾਜ ਲਈ ਰੱਖਿਆ ਸੀ, ਪਰ ਕੁਝ ਸਾਲਾਂ ਬਾਅਦ ਮੈਨੂੰ ਪਤਾ ਲੱਗਿਆ ਕਿ ਤੇਰੀ ਭੈਣ ਨੂੰ ਇਸ ਮੁੰਡੇ ਨਾਲ ਮੁਹੱਬਤ ਹੋ ਗਈ ਸੀ। ਇਹ ਦੋਨੋਂ ਮਿਲ ਕੇ ਮੈਨੂੰ ਮੇਰੀ ਪਿੱਠ ਪਿੱਛੇ ਧੋਖਾ ਦੇ ਰਹੇ ਸੀ। ਇਹ ਦੋਨੋਂ ਵਿਆਹ ਕਰਨਾ ਚਾਹੁੰਦੇ ਸੀ ਤੇ ਤੇਰੀ ਭੈਣ ਬੱਚਿਆਂ ਤੋਂ ਵੀ ਦੂਰ ਹੋ ਗਈ ਸੀ ਤੇ ਮੇਰੇ ਲਈ ਬਣਨਾ ਸਵਰਨਾ ਵੀ ਛੱਡ ਦਿੱਤਾ ਸੀ। ਇੱਥੋਂ ਤੱਕ ਕਿ ਮੈਨੂੰ ਇਸਨੇ ਇਹ ਕਹਿ ਦਿੱਤਾ ਸੀ ਕਿ ਮੈਨੂੰ ਤਲਾਕ ਦੇ ਦਿਓ, ਮੈਂ ਇਸ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ। ਗੁੱਸੇ ਵਿੱਚ ਆ ਕੇ ਮੈਂ ਇਸ ਨੂੰ ਇੱਕ ਵਾਰ ਮਾਰਿਆ ਵੀ ਸੀ, ਪਰ ਬਾਅਦ ਵਿੱਚ ਮਾਫ਼ੀ ਮੰਗ ਲਈ ਸੀ। ਅਜਿਹਾ ਕਿਹੜਾ ਆਦਮੀ ਹੁੰਦਾ ਹੈ ਜਿਹੜਾ ਕਿ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਦੇਖ ਕੇ ਅੱਖਾਂ ਬੰਦ ਕਰ ਲਵੇ। ਮੈਂ ਇਹ ਗੱਲ ਤੇਰੇ ਮਾਂ-ਬਾਪ ਨੂੰ ਵੀ ਦੱਸ ਦਿੱਤੀ ਸੀ, ਪਰ ਉਹਨਾਂ ਨੇ ਕਿਹਾ ਕਿ ਅਜਿਹੀ ਬੇਟੀ ਸਾਡੇ ਲਈ ਮਰ ਚੁੱਕੀ ਹੈ, ਤੂੰ ਉਸ ਨਾਲ ਜੋ ਮਰਜ਼ੀ ਕਰ। ਮੈਂ ਤੇਰੀ ਭੈਣ ਨੂੰ ਹਰ ਤਰ੍ਹਾਂ ਨਾਲ ਸਮਝਾਇਆ, ਪਰ ਤੇਰੀ ਭੈਣ ਮੇਰੇ ਨਾਲ ਰਹਿਣ ਨੂੰ ਤਿਆਰ ਹੀ ਨਹੀਂ ਸੀ। ਮੈਂ ਅਜਿਹੀ ਪਤਨੀ ਨੂੰ ਰੱਖ ਕੇ ਕੀ ਕਰਦਾ? ਫਿਰ ਮੈਂ ਇਸ ਨੂੰ ਤਲਾਕ ਦੇ ਕੇ ਇਸ ਨੂੰ ਇਸ ਦੇ ਆਸ਼ਕ ਨਾਲ ਭੇਜ ਦਿੱਤਾ ਤੇ ਇਹ ਗੱਲ ਫੈਲਾ ਦਿੱਤੀ ਕਿ ਇਹ ਮਰ ਗਈ ਹੈ। ਇਹ ਗੱਲ ਤੇਰੇ ਮਾਂ-ਬਾਪ ਵੀ ਜਾਣਦੇ ਹਨ, ਇਸ ਲਈ ਉਹਨਾਂ ਨੇ ਤੇਰਾ ਵਿਆਹ ਮੇਰੇ ਨਾਲ ਕਰਵਾ ਦਿੱਤਾ ਅਤੇ ਮੈਨੂੰ ਯਕੀਨ ਦਿਵਾਇਆ ਕਿ ਤੂੰ ਮੇਰੇ ਨਾਲ ਅਜਿਹਾ ਕੁਝ ਨਹੀਂ ਕਰੇਂਗੀ। ਸੱਚਾਈ ਸੁਣ ਕੇ ਮੈਂ ਆਪਣੀ ਭੈਣ ਨੂੰ ਦੇਖਿਆ। ਉਹ ਮੇਰੇ ਸਾਹਮਣੇ ਖੜੀ ਸੀ। ਮੈਨੂੰ ਆਪਣੀ ਸੋਚ ਤੇ ਉਸ ਲਈ ਬਹਾਏ ਹੰਝੂਆਂ ਤੇ ਬਹੁਤ ਸ਼ਰਮਿੰਦਗੀ ਹੋਣ ਲੱਗੀ ਸੀ। ਮੇਰੀ ਭੈਣ ਨੇ ਮੈਨੂੰ ਕਿੰਨੇ ਝੂਠ ਬੋਲੇ ਸਨ, ਕਿੰਨਾ ਬਦਨਾਮ ਕੀਤਾ ਆਪਣੇ ਪਤੀ ਨੂੰ, ਤੇ ਮੈਂ ਵੀ ਆਪਣੀ ਭੈਣ ਦੇ ਖਾਤਰ ਆਪਣੇ ਪਤੀ ਨੂੰ ਮਾਰਨ ਚੱਲੀ ਸੀ। ਮੇਰੀਆਂ ਅੱਖਾਂ ਨਮ ਹੋ ਗਈਆਂ ਸਨ।
ਮੈਂ ਆਪਣੇ ਪਤੀ ਵੱਲ ਦੇਖਿਆ, ਜਿਸ ਨੇ ਦੁਨੀਆ ਵਾਲਿਆਂ ਨੂੰ ਮੇਰੀ ਭੈਣ ਦੀ ਅਸਲੀਅਤ ਅੱਜ ਤੱਕ ਨਹੀਂ ਦੱਸੀ ਸੀ। ਜੇ ਉਹ ਇਹ ਸਭ ਦੱਸ ਦਿੰਦਾ ਤਾਂ ਮੇਰੇ ਮਾਂ-ਬਾਪ ਦੀ ਇੱਜ਼ਤ ਖਾਕ ਹੋ ਜਾਣੀ ਸੀ। ਉਸ ਨੇ ਤਾਂ ਮੈਨੂੰ ਵੀ ਪਿਆਰ ਅਤੇ ਇੱਜ਼ਤ ਦਿੱਤੀ ਸੀ। ਮੈਂ ਆਪਣੀ ਭੈਣ ਨੂੰ ਕਿਹਾ ਕਿ ਅੱਜ ਉਹ ਸੱਚਮੁੱਚ ਮੇਰੇ ਲਈ ਮਰ ਗਈ ਹੈ। ਮੇਰੀ ਭੈਣ ਬਹੁਤ ਸ਼ਰਮਿੰਦਾ ਹੋਈ। ਉਹ ਮੇਰੇ ਤੋਂ ਅਤੇ ਮੇਰੇ ਪਤੀ ਤੋਂ ਮਾਫ਼ੀ ਮੰਗਣ ਲੱਗੀ, ਪਰ ਅਸੀਂ ਦੋਨੋਂ ਉਸ ਨੂੰ ਕੋਈ ਜਵਾਬ ਦਿੱਤੇ ਬਗੈਰ ਹੀ ਘਰ ਆ ਗਏ ਸੀ। ਮੈਂ ਆਪਣੇ ਪਤੀ ਤੋਂ ਮਾਫ਼ੀ ਮੰਗੀ। ਹੁਣ ਤੱਕ ਮੈਂ ਉਹਨਾਂ ਨੂੰ ਕਾਤਲ ਸਮਝਦੀ ਰਹੀ। ਮੇਰੇ ਪਤੀ ਨੇ ਮੈਨੂੰ ਮਾਫ਼ ਕਰ ਦਿੱਤਾ ਸੀ। ਮੈਂ ਆਪਣੇ ਬੱਚਿਆਂ ਤੇ ਪਤੀ ਨਾਲ ਹੁਣ ਬਹੁਤ ਖੁਸ਼ ਹਾਂ ਤੇ ਅਸੀਂ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਹੇ ਹਾਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ ਜੀ।